हाँ जी, तो सीरीज का देखो याद होगी सारे, सीरीज का कोई दिक्कत नहीं है। बीबी रोए जी बच्चे वेरी गंदे पढ़ते नहीं करे सारे खान ठीक है। तो ਆਪਾਂ ਜਿਹੜਾ भी कोई रेजिस्टेंस है ना असो दस्या ਉਹਦੇ ਵਿੱਚ ਕਲਰਿੰਗ ਕੀਤੀ ਹੁੰਦੀ ਹੈ फर्स्ट कलर सेकंड थर्ड फोर्थ ਤਾਂ आ फर्स्ट कलर है इसे ऑर्डर च ही होगा जिवें लिखा होगा ਇਹਦਾ मतलब ए वाला सेकंड ऑरेंज कलर है थर्ड वाला येलो कलर है ते ए ਤੁਹਾਡੇ ਕੋਲੇ सॉरी थर्ड वाला येलो है ते फोर्थ वाला येलो ਤਾਂ ਬੱਚੇ ਜਿਹੜਾ फर्स्ट कलर ਹੁੰਦਾ है वो सानू रेजिस्टेंस दी वैल्यू दा फर्स्ट डिजिट दसदा है जो सेकंड कलर है वो सानू ओदा सेकंड डिजिट दसदा जो थर्ड कलर है वो 10 दी पावर दसदा पावर कितनी आएगी कितने जीरोस लगे हुए ने इधर आ देखो थर्ड कलर येलो सी येलो दा मतलब 4 इधर 10 दी पावर 4 आएगा इधर लास्ट है टॉलरेंस सिल्वर दी टॉलरेंस कितनी होती है प्लस माइनस 10 अपन क्या उसी रेड कलर है फर्स्ट तो रेड का मतलब कितना 2 तो मैं लिखता 2 सेकंड ऑरेंज है ऑरेंज का मतलब 3 तो बन गया 23 इनटू थर्ड है येलो येलो मतलब 4 ਇਹਦਾ मतलब मल्टीप्लाई 10 ਦੀ पावर 4 ਇਹਦਾ मतलब ਇਹ रेजिस्टेंस ਦੀ वैल्यू 23 2 4 0 प्लस माइनस 10% हो कुछ ऐसा बस ਉਹਦੀ ਕੀ ਹੋਰ एग्जांपल देना है ठीक है फिर ਤੁਸੀਂ ਮੈਨੂੰ ਦੱਸਿਓ कि ਉਹਦੀ ਜਿਹੜੀ ਵੈਲਿਊ ਕਿੰਨੀ ਹੋਏਗੀ ਫਿਰ मतलब पता लग ਜੂ ਤੁਹਾਨੂੰ ਸਮਝ ਲੱਗ ਗਿਆ ਜਾਂ ਨਹੀਂ बस ये सीरीज है सीरीज लिखन लगे ਤੁਹਾਨੂੰ पेपर ਦੇ ਵਿੱਚ कुछ सेकंड्स लगणगे ज्यादा टाइम नहीं लगता तो सानू की क्या है जी फॉर अ गिवन कार्बन रेजिस्टर फॉर अ गिवन कार्बन resistor let the first strip be yellow second strip be red and third strip be orange and fourth be gold what is resistance दसो लिखना हो फटाफट बोलो तो आंसर इतना टाइम लगना चाहिए इसका 4.2 into 10 raised the power 3 दोबारा रिपीट करियो 4.2 into 10 raised the power 3 plus minus 5 बिल्कुल ठीक है जी आ देखो फर्स्ट स्टेप है जी येलो दी है येलो मतलब ये फर्स्ट डिजिट हो गया सेकंड स्टेप रेड दी है मतलब 2 ये साडे कोल सेकंड डिजिट हो गया थर्ड स्टेप ऑरेंज है मतलब ऑरेंज सानू की दसोगे 10 दी पावर कितनी है 3 है फिर प्लस माइनस लास्ट कलर केड़ा गोल्ड के गोल्ड दी जेडी परसेंटेज लिखी सी कितनी होती है 5 तो ਤੁਸੀਂ आप देख लो भी ये फ्री दे नंबर ने ਤੇ ਸੀਬੀਐਸਈ ਦੇ ਵਿੱਚ हमेशा ही ਇਹਦੇ क्वेश्चन ਆਉਂਦਾ ਹੀ ਹੁੰਦਾ ਹੈ पंजाब बोर्ड ਦੇ ਵਿੱਚ ਕਦੇ-ਕਦੇ क्वेश्चन ਆਉਂਦਾ ਹੈ सीबीएसई ਦੇ ਵਿੱਚ ਬਹੁਤ ਵਾਰੀ क्वेश्चन ਆਉਂਦਾ ਤਾਂ ਇਹ ਆਪਣਾ ਇੱਕ ਟੌਪਿਕ ਸੀਗਾ ਜੀ ਤੇ ਹੁਣ ਆ ਗਈ ਵਾਰੀ क्वेश्चन ਦੀ ਜੋ ਤੁਹਾਨੂੰ क्वेश्चन ਮੈਂ ਦੱਸਿਆ ਹੋਇਆ ਸੀ मैं क्वेश्चन दोबारा रिपीट कर दूंगा मेरा क्वेश्चन की सीधा क्वेश्चन सीधा कि जो स्टैंडर्ड रेजिस्टेंस वायर्स दुनिया ने वो केड़े मटीरियल्स दियां बनाई जांदियां ने ते क्यों किनू ਇਹਦਾ आंसर ਆਉਂਦਾ ਹੈ ਪਹਿਲਾਂ ਉਹ ਦੱਸੋ ਫਿਰ ਆਪਾਂ ਉਸੇ ਨੂੰ ਪੁੱਛਦੇ ਨਹੀਂ ਫਿਰ मैं वन बाय वन sir copper
ਕਾਪਰ। ਅੱਛਾ ਕਾਪਰ ਦਾ ਕਿਉਂ? ਬਿਕੋਜ਼ ਉਹਦੇ ਵਿੱਚ ਮਤਲਬ ਜਿਹੜੀ ਰੈਜ਼ਿਸਟੈਂਸ ਹੈ ਉਹ ਘੱਟ ਹੁੰਦੀ ਹੈ, ਹਿੰਡਰੈਂਸਿਸ ਘੱਟ ਹੁੰਦੀਆਂ ਨੇ ਕਰੰਟ ਨੂੰ ਬਿਨਾਂ ਤੁਹਾਡੇ ਕਹਿਣ ਦਾ ਮਤਲਬ ਅਸੀਂ ਰੈਜ਼ਿਸਟੈਂਸ ਵਾਇਰ ਬਣਾਉਣੀ ਹੈ ਹਨਾ, ਅਸੀਂ ਬਣਾ ਰੈਜ਼ਿਸਟੈਂਸ ਵਾਇਰ ਰਹੇ ਹਾਂ, ਇਹਦਾ ਮਤਲਬ ਉਹ ਰੈਜ਼ਿਸਟੈਂਸ ਵਾਇਰ ਦਾ ਰੈਜ਼ਿਸਟੈਂਸ ਘੱਟ ਰੱਖਾਂਗੇ, ਇਹ ਤਾਂ ਗਲਤ ਹੋ ਗਿਆ ਨਾ। ਅਸੀਂ ਰੈਜ਼ਿਸਟੈਂਸ ਵਾਇਰ ਬਣਾਉਣੀ ਹੈ ਤਾਂ ਰੈਜ਼ਿਸਟੈਂਸ ਡੈਫੀਨਿਟਲੀ ਉਹਦਾ ਰੈਜ਼ਿਸਟੈਂਸ ਹੋਣਾ ਚਾਹੀਦਾ ਹੈ, ਉਸੇ ਨੂੰ ਅਸੀਂ ਰੈਜ਼ਿਸਟੈਂਸ ਵਾਇਰ ਬੋਲਾਂਗੇ। ਹਾਂਜੀ ਕੋਈ ਹੋਰ ਦੱਸਣਾ ਚਾਹੁੰਦਾ ਹੋਵੇ? ਕੋਈ ਗੱਲ ਨਹੀਂ, ਕੋਸ਼ਿਸ਼ ਕੀਤੀ ਹੈ ਪਰ ਸਹੀ ਨਹੀਂ ਹੈਗਾ। ਹਾਂਜੀ ਨਿਕਲ, ਪ੍ਰਿयांशु ਬੋਲੇ ਨਿਕਲ, ਕਿੱਧਰ ਭੱਜ ਗਈ ਉਹ? ਹਾਂਜੀ ਸਾਕਸ਼ੀ ਤੁਸੀਂ ਕੀ ਬੋਲੇ ਸੀ? ਸਰ ਐਲੋਇਜ਼। ਅਲੋਇਜ਼, ਕਿਹੜੇ ਅਲੋਇਜ਼? ਉਹ ਨਹੀਂ ਪਤਾ ਸਰ, ਬਸ ਐਲੋਇਜ਼ ਕੋਈ ਰੈਜ਼ਿਸਟੈਂਸ ਹਾਈ ਹੁੰਦੀ ਹੈ ਇਹਨਾਂ ਦੀ। ਅਲੋਇਜ਼ ਬਟ ਕਿਹੜੇ ਅਲੋਇਜ਼? ਅੱਛਾ ਹਾਂ ਵੀ ਪ੍ਰਿयांशु ਕੀ ਬੋਲ ਰਹੀ ਸੀ ਪ੍ਰਿयांशु? ਸਰ ਮੈਂ ਨਿਕਲ ਐਲੋਏ ਬੋਲ ਰਹੀ ਸੀ। ਹਾਂ ਨਿਕਲ, ਮੈਂ ਸੁਣ ਲਿਆ ਤੁਹਾਡਾ ਨਿਕਲ ਤੁਸੀਂ ਬੋਲਿਆਗਾ। ਅੱਛਾ ਨਿਕਲ ਕਿਉਂ ਯੂਜ਼ ਕਰਦੇ ਆ? ਕਿਉਂਕਿ ਸਰ ਉਹ ਐਲੋਏ ਆ, ਦੀ ਰੈਸਿਸਟਿਵਿਟੀ ਜ਼ਿਆਦਾ ਹੁੰਦੀ ਆ ਉਹ ਮਟੀਰੀਅਲ ਦੀ। ਅੱਛਾ ਕੱਲੀ ਰੈਜ਼ਿਸਟਿਵਿਟੀ ਜ਼ਿਆਦਾ ਹੋਣਾ ਬਸ ਮੈਟਰ ਕਰਦੀ ਹੈ, ਕੁਝ ਹੋਰ ਵੀ ਫੈਕਟਰਸ ਮੈਟਰ ਕਰਦੇ ਆ ਕਿ ਨਹੀਂ ਕਰਦੇ ਹੈਗੇ? ਕੀ ਰੈਜ਼ਿਸਟਿਵਿਟੀ ਸਿਰਫ ਔਰ ਸਿਰਫ ਕੀ ਹੈ ਮਟੀਰੀਅਲ ਤੇ ਹੀ ਡਿਪੈਂਡ ਕਰਦੀ ਹੈ? ਮੈਨੂੰ ਪਤਾ ਨਹੀਂ ਹੈਗੇ। ਓਕੇ ਠੀਕ ਹੈ ਜੀ। ਹਾਂਜੀ ਹੋਰ ਕੋਈ ਬੋਲਣਾ ਚਾਹੁੰਦਾ ਹੋਵੇ? ਹਾਂਜੀ ਤਜਿੰਦਰ ਕੀ ਕਹਿ ਰਹੀ ਹੈ? ਤਜਿੰਦਰ ਨੂੰ ਪੁੱਛਦੇ ਹਾਂ। ਤਜਿੰਦਰ ਸਰ ਪਤਾ ਨਹੀਂ। ਪਤਾ ਨਹੀਂ ਹੈਗਾ, ਚਲੋ ਇਹ ਤਾਂ ਕੰਮ ਹੀ ਨਿਬੇੜ ਤੱਕ ਨਹੀਂ ਪਤਾ ਹੀ ਨਹੀਂ। ਹਾਂਜੀ ਸੁਖਪ੍ਰੀਤ? ਪਤਾ ਨਹੀਂ ਸਰ। ਸਾਰੇ ਹੀ ਚੱਲਣਗੇ ਪਤਾ ਨਹੀਂ, ਇਹ ਤਾਂ ਗਲਤ ਗੱਲ ਹੈ, ਆਪਾਂ ਫਾਈਨ ਰੱਖਾਂਗੇ ਫਿਰ ਜਿਹੜਾ ਕਿਸੇ ਕੋਈ ਐਂ ਕਹੂਗਾ। ਬਾਕੀ ਵੀਡੀਓ ਔਨ ਕਰੋ, ਇਹ ਪ੍ਰਨੀਤ ਨਵਦੀਪ ਇਹਨਾਂ ਦੀ ਘਰੇ ਕੰਪਲੀਟ ਕਰਨੀ, ਮੈਂ ਫੋਨ ਕਰਦਾ ਸਾਰਿਆਂ ਦੇ ਘਰੇ। ਆ ਪ੍ਰਨੀਤ ਦੇਖੀ ਐ ਅੱਖਾਂ ਇਹਦੀਆਂ ਬੰਦ ਹੋ ਰਹੀਆਂ ਨੇ, ਨੀਂਦ ਇਹਨੂੰ ਆਈ ਜਾਂਦੀ ਹੈ, ਹੁਣ ਕਲਾਸ ਲਾ ਰਹੀ ਹੈ। ਕੋਈ ਗੱਲ ਨਹੀਂ, ਜਦੋਂ ਤੁਸੀਂ ਇੰਸਟੀਚਿਊਟ ਚ ਆਉਂਗੇ ਨਾ ਮੈਂ ਇਕੱਲੇ ਨਾਲ ਗਿਣ ਬਦਲੇ ਲੈਣੇ ਜਿਹੜੇ ਮਤਲਬ ਮੈਂ ਹੁਣ ਇੰਨੇ ਐਫਰਟ ਇੱਥੇ ਕਰੀ ਜਾਂਦਾ। ਹਾਂਜੀ ਕਮਲਪ੍ਰੀਤ? ਸਰ ਟੈਂਪਰੇਚਰ ਦਾ ਵੀ ਕੋਈ ਰੋਲ ਹੋਣਾ? ਮਟੀਰੀਅਲ ਬੋਲੋ ਜੀ, ਮਟੀਰੀਅਲ ਕਿਹੜਾ ਮਟੀਰੀਅਲ ਅਸੀਂ ਯੂਜ਼ ਕਰਦੇ ਹਾਂ? ਸਰ ਅਲੋਇਜ਼ ਆਪਾਂ ਯੂਜ਼ ਕਰਦੇ ਆ, ਉਹਦੇ ਚ ਤਾਂ ਹਨਾ ਜਿਵੇਂ ਨਿਕਲ ਆ ਗਿਆ, ਕਾਪਰ। ਨਿਕਲ ਕਾਪਰ, ਓਕੇ। ਹਾਂਜੀ ਪ੍ਰਨੀਤ ਜੀ? ਸਰ ਪਤਾ ਨਹੀਂ ਆਨਸਰ ਮੈਨੂੰ। ਕਿਵੇਂ? So nickel, manganese, and constant alloy. ਨਿਕਲ, ਮੈਗਨੀਜ਼ ਐਂਡ Okay, ਕਾਂਸਟੈਂਟ। ਅੱਛਾ ਵਾਈ ਡੂ ਯੂ ਯੂਜ਼ Constant. ਨਿਕਲ, ਮੈਗਨੀਜ਼, ਕਾਂਸਟੈਂਟਨ? ਕਿਉਂਕਿ ਸਰ ਇਹ ਇੰਡੀਪੈਂਡੈਂਟ ਆਫ ਟੈਂਪਰੇਚਰ ਹੁੰਦੇ, ਟੈਂਪਰੇਚਰ ਦੇ ਵਧਣ ਨਾਲ ਇਹਨਾਂ ਤੇ ਕੋਈ ਇਫੈਕਟ ਨਹੀਂ ਪੈਂਦਾ ਤੇ ਇਹ ਹਾਈ ਰੈਜ਼ਿਸਟੈਂਸ ਅਪਲਾਈ ਮਤਲਬ ਪ੍ਰੋਵਾਈਡ ਕਰਦੇ ਆ। ਅੱਛਾ ਤੁਹਾਨੂੰ ਮੈਗਨੀਜ਼ ਵੀ ਇਹਦੇ ਵਿੱਚ ਹੀ ਆਉਂਦਾ? ਸ਼ੋਰ ਹੈ? ਯੈਸ ਸਰ। ਨਿਕਲ ਮੈਗਨੀਜ਼ ਦੋਨੋਂ ਇਹਦੇ ਵਿੱਚ ਹੁੰਦੇ? ਨਹੀਂ ਮੈਗਨੀਜ਼ ਨਹੀਂ ਸਰ, ਮੈਗਨਨ। ਹਾਂ ਮੈਗਨੈਨਨ, ਓਕੇ। ਚਲੋ ਬਾਕੀ ਨੂੰ ਪੁੱਛ ਰਿਹਾ ਨਵਦੀਪ। ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਟਾਈਪ ਕਿਹੜੇ ਮਟੀਰੀਅਲਸ ਅਸੀਂ ਯੂਜ਼ ਕਰਦੇ ਹਾਂ? ਸਰ ਐਲੋਇਜ਼ ਉਹਨਾਂ ਵਿੱਚੋਂ ਮੈਂਗਨੀਨ, ਕਿਉਂਕਿ ਟੈਂਪਰੇਚਰ ਦੇ ਇੰਡੀਪੈਂਡੈਂਟ ਹੁੰਦੀ ਆ ਉਹਨਾਂ ਦੀ ਰੈਜ਼ਿਸਟਿਵਿਟੀ। ਡਿਪੈਂਡੈਂਟ ਹੁੰਦੀ ਹੈ? ਇੰਡੀਪੈਂਡੈਂਟ। ਇੰਡੀਪੈਂਡੈਂਟ ਹੁੰਦੀ ਹੈ, ਓਕੇ। ਹਾਂਜੀ ਜਸ਼ਨਪ੍ਰੀਤ ਕੀ ਕਹਿ ਰਹੀ ਹੈ? ਸਰ ਆਹੀ ਸੀ ਮੇਰਾ ਵੀ। ਅੱਛਾ ਹਾਂਜੀ ਹਰਲੀਨ ਕੌਰ ਸੁਣਾ। ਬੱਚੇ ਕਿਹੜੇ ਮਟੀਰੀਅਲ ਯੂਜ਼ ਕਰਦੇ ਆ? ਯੈਸ অর ਨੋ? ਸਰ ਪਤਾ ਨਹੀਂ। ਅੱਛਾ ਉਹ ਜਿਹੜਾ ਪਿੱਛੇ ਦਰਖਤ ਲਾਇਆ ਹੋਇਆ ਉਹ ओरिजिनल ਹੈ ਕਿ ਮਤਲਬ ਨਕਲੀ ਲਾਇਆ ਹੋਇਆ? ਸਰ ਉਹ ਮੈਂ ਵੈਸੇ ਮਜ਼ਾਕ ਕਰਦਾ ਰਹਿਣਾ, ਮਾਈਂਡ ਨਾ ਕਰਿਓ ਕੋਈ। ਹਾਂਜੀ ਗੁਨਦੀਪ? ਗੁਨਦੀਪ ਤਾਂ ਸੁੱਤੀ ਪਈ ਹੈ। ਸਰ ਪਤਾ ਨਹੀਂ। ਆ ਵੀਡੀਓ ਕਿੱਥੇ ਤੁਹਾਡੀ? ਫਿਰ ਮੈਨੂੰ ਕੁਝ ਆਂਦਾ ਤਾਂ ਹੈ ਨਹੀਂ, ਵੀਡੀਓ ਔਨ ਕਰਕੇ ਕੀ ਕਰੂੰ? ਲੈ ਫਿਰ ਅੱਛਾ ਕਮਾਲ ਹੋ ਗਈ। ਅੱਛਾ ਜਦੋਂ ਤੁਸੀਂ ਮਤਲਬ ਹੁਣ ਇੰਸਟੀਚਿਊਟ 'ਚ ਬੈਠੇ ਹੁੰਦੇ ਜਿਹੜੇ ਆ ਸਾਰੇ ਬੈਠੇ ਆ ਇਹਨਾਂ ਨੂੰ ਸਾਰਾ ਕੁਝ ਆਉਂਦਾ ਐ ਨਹੀਂ ਥੋੜੀ ਹੁੰਦਾ ਤਾਂ ਕਮਾਲ ਹੋ ਗਿਆ। ਮੈਂ ਨਹੀਂ ਤਾਂ ਤੁਹਾਨੂੰ ਮਤਲਬ ਮੋਟੀਵੇਸ਼ਨ ਦੇ ਰਹੀ ਹੈ, ਮੈਨੂੰ ਕਿਹੜਾ ਕੁਝ ਆਉਂਦਾ? ਐਵੇਂ ਨਹੀਂ ਹੁੰਦਾ ਜਦੋਂ ਸਾਹਮਣੇ ਬੈਠੇ ਹੁੰਦੇ ਇੰਸਟੀਚਿਊਟ ਦੇ ਵਿੱਚ ਉਦੋਂ ਵੀ ਐਂ ਕਹਿਣਾ ਵੀ ਸਰ ਪਤਾ ਨਹੀਂ, ਉਦੋਂ ਵੀ ਫਿਰ ਮੈਂ ਹੀ ਕਰਾਉਣਾ ਹੁੰਦਾ। ਪਤਾ ਆਪਾਂ ਨੂੰ ਕਦੋਂ ਲੱਗਦਾ? ਦੇਖੋ ਲਾਸਟ ਦੇ ਵਿੱਚ ਜਾ ਕੇ ਜਦੋਂ ਅਸੀਂ ਬਾਰ-ਬਾਰ ਟੈਸਟ ਦਿੰਦੇ ਰਹਿੰਦੇ ਆ, ਬਾਰ-ਬਾਰ ਅਸੀਂ ਉਸ ਕਨਸੈਪਟ ਨੂੰ ਕੀ ਹੈ ਬੋਲਦੇ ਰਹਿੰਦੇ ਆ ਤਾਂ ਆਪਾਂ ਨੂੰ ਆਟੋਮੈਟਿਕਲੀ ਪਤਾ ਲੱਗਣ ਲੱਗ ਜਾਂਦਾ। ਜੇ ਸਟਾਰਟਿੰਗ ਦੀ ਤੁਹਾਨੂੰ +2 ਕਲਾਸ ਹੋਣ ਲੱਗੀ ਫਿਰ ਤੁਸੀਂ ਮੈਨੂੰ ਥੋੜੀ ਪੁੱਛੋਗੇ, ਫਿਰ ਤਾਂ ਤੁਸੀਂ ਕਹੋਗੇ ਵੀ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਟਾਟਾ, ਅਸੀਂ ਤਾਂ ਆਪਣਾ ਹੀ ਪੜ੍ਹ ਲਾਂਗੇ
है ना। ਤਾਂ ਇਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀਂ, ਕੋਈ ਗੱਲ ਨਹੀਂ, ਐਫਰਟ ਕਰਨਾ ਤੁਸੀਂ ਬੰਦੇ ਆ। ਹਾਂਜੀ ਮਨਪ੍ਰੀਤ ਇਹਦੀ ਵੀਡੀਓ ਬੰਦ ਹੈ। ਪਤਾ ਨਹੀਂ ਸਰ। ਪਤਾ ਨਹੀਂ ਹੈਗਾ, ਓਕੇ। ਤਾਂ ਬੱਚੇ ਦਿਵਿੰਸ਼ੀ ਨੇ ਠੀਕ ਬੋਲਿਆ ਹੈਗਾ, ਨਵਦੀਪ ਨੇ ਵੀ ਠੀਕ ਬੋਲਿਆ, ਅਲਵਾਇਸ ਜਿਨ੍ਹਾਂ ਨੇ ਬੋਲਿਆ ਉਹ ਵੀ ਠੀਕ ਹੈ, ਬਟ ਕੰਪਲੀਟ ਸਹੀ ਨਹੀਂ ਹੈਗਾ। ਤਾਂ ਪਹਿਲਾਂ ਤਾਂ ਇੱਕ ਗੱਲ ਸੁਣੋ, ਦੇਖੋ ਅਸੀਂ ਇੱਕ ਵਾਇਰ ਬਣਾਉਣੀ ਚਾਹੁੰਦੇ ਆ, ਕਿਹੜੀ ਵਾਇਰ? ਰੈਜ਼ਿਸਟੈਂਸ ਵਾਲੀ ਵਾਇਰ। ਤਾਂ ਦੇਖੋ ਅਸੀਂ ਉਸ ਰੈਜ਼ਿਸਟੈਂਸ ਵਾਲੀ ਵਾਇਰ ਨੂੰ ਅਸੀਂ ਯੂਜ਼ ਕਰਨਾ ਲੈਬ ਦੇ ਵਿੱਚ ਐਜ਼ ਅ ਰੈਜ਼ਿਸਟੈਂਸ। ਮੰਨ ਲਓ ਅਸੀਂ ਕੀ ਹੈ 10 ਓਮ ਦਾ ਰੈਜ਼ਿਸਟੈਂਸ ਯੂਜ਼ ਕਰਨਾ। ਧਿਆਨ ਨਾਲ ਮੇਰੀ ਗੱਲਾਂ ਨੂੰ ਸੁਣਿਓ, ਲਿਖੂੰਗਾ ਬਾਅਦ ਦੇ ਵਿੱਚ ਮੈਂ। ਮੰਨ ਲਓ ਅਸੀਂ 10 ਓਮ ਦੀ ਦਾ ਸਾਨੂੰ ਰੈਜ਼ਿਸਟੈਂਸ ਚਾਹੀਦਾ। ਤਾਂ ਦੇਖੋ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰੋਗੇ, ਦੈਟ ਮੀਨਸ ਤੁਸੀਂ ਇੱਕ ਸਰਕਟ ਕੰਪਲੀਟ ਕਰੋਗੇ। ਸਰਕਟ ਕੰਪਲੀਟ ਹੋਏਗਾ ਤਾਂ ਉਹਦੇ ਵਿੱਚੋਂ ਕਰੰਟ ਫਲੋ ਕਰੇਗਾ। ਕਰੰਟ ਫਲੋ ਹੋਣ ਦੇ ਨਾਲ ਆਪਾਂ ਨੂੰ ਪਤਾ ਹੈ ਉਸ ਸਰਕਟ ਦੇ ਵਿੱਚ ਹੀਟ ਆਏਗੀ। ਸਰਕਟ ਗਰਮ ਹੋ ਜਾਂਦਾ ਜਦੋਂ ਇੱਕ ਵਾਇਰ ਦੇ ਵਿੱਚੋਂ ਕਰੰਟ ਫਲੋ ਕਰਦਾ। ਤੁਸੀਂ ਵਾਇਰ ਨੂੰ ਕਦੇ ਹੱਥ ਲਗਾ ਕੇ ਦੇਖੋ ਤਾਂ ਵਾਇਰ ਗਰਮ ਹੋ ਜਾਂਦੀ ਹੈ। ਤਾਂ ਅਗਰ ਹੀਟ ਪੈਦਾ ਹੋਗੀ, ਦੈਟ ਮੀਨਸ ਟੈਂਪਰੇਚਰ ਰਾਈਜ਼ ਹੋ ਗਿਆ। ਤਾਂ ਟੈਂਪਰੇਚਰ ਦੇ ਰਾਈਜ਼ ਹੋਣ ਦੇ ਨਾਲ ਸਾਨੂੰ ਪਤਾ ਹੈ ਰੈਜ਼ਿਸਟਿਵਿਟੀ ਐਜ਼ ਵੈਲ ਐਜ਼ ਰੈਜ਼ਿਸਟੈਂਸ ਚੇਂਜ ਹੋ ਜਾਂਦਾ ਹੈ। ਜਿਹੜਾ ਸਾਡਾ 10 ਓਮ ਦਾ ਰੈਜ਼ਿਸਟੈਂਸ ਸੀਗਾ, ਇਹਦਾ ਮਤਲਬ 10 ਓਮ ਦਾ ਨਹੀਂ ਰਹਿਣਾ, ਉਹ ਹੋ ਸਕਦਾ ਇਨਕਰੀਜ਼ ਹੋ ਜੇ, ਹੋ ਸਕਦਾ ਡਿਕਰੀਜ਼ ਹੋ ਜੇ। ਤਾਂ ਸਾਡੀ ਸਭ ਤੋਂ ਫਸਟ ਪ੍ਰੈਫਰੈਂਸ ਕੀ ਹੁੰਦੀ ਹੈ? ਸਾਡੀ ਸਭ ਤੋਂ ਫਸਟ ਪ੍ਰੈਫਰੈਂਸ ਇਹੋ ਜਿਹੇ ਮਟੀਰੀਅਲ ਨੂੰ ਯੂਜ਼ ਕਰਨਾ ਹੈ ਜਿਨ੍ਹਾਂ ਦਾ ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਜਾਂ ਟੈਂਪਰੇਚਰ ਡਿਕਰੀਜ਼ ਹੋਣ ਦੇ ਨਾਲ ਸਾਡੇ ਰੈਜ਼ਿਸਟੈਂਸ ਜਾਂ ਉਹਦੀ ਰੈਜ਼ਿਸਟਿਵਿਟੀ ਦੀ ਵੈਲਿਊ ਚੇਂਜ ਨਾ ਹੋ। ਤਾਂ ਅਸੀਂ ਇਹੋ ਜਿਹੇ ਮਟੀਰੀਅਲ ਯੂਜ਼ ਕਰਦੇ ਹਾਂ। ਤਾਂ ਉਹ ਮਟੀਰੀਅਲ ਜਿਨ੍ਹਾਂ ਦਾ ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਜਾਂ ਡਿਕਰੀਜ਼ ਹੋਣ ਦੇ ਨਾਲ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਤੇ ਕੋਈ ਫਰਕ ਨਹੀਂ ਪੈਂਦਾ, ਉਹ ਮਟੀਰੀਅਲਸ ਕਿਹੜੇ ਨੇ? ਉਹ ਹੈਗੇ ਨੇ ਕਨਸਟੈਂਟਨ, ਮੈਗਨੈਨਿਨ ਐਂਡ ਯੂਰੇਕਾ। ਇਹ ਤਿੰਨ ਮੋਸਟ ਇੰਪੋਰਟੈਂਟ ਮਟੀਰੀਅਲਸ ਨੇ ਜਿਨ੍ਹਾਂ ਦੀ ਸਟੈਂਡਰਡ ਵਾਇਰਸ ਬਣਦੀਆਂ ਨੇ। ਸਭ ਤੋਂ ਵੱਡਾ ਫੈਕਟਰ ਕੀ ਹੈ? ਟੈਂਪਰੇਚਰ ਦੇ ਨਾਲ ਇਹਨਾਂ ਤੇ ਕੋਈ ਇਫੈਕਟ ਨਹੀਂ ਪੈਂਦਾ। ਮਤਲਬ ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਨਾ ਇਹਨਾਂ ਦੀ ਰੈਜ਼ਿਸਟੈਂਸ ਚੇਂਜ ਹੋਵੇ, ਨਾ ਇਹਨਾਂ ਦੀ ਰੈਜ਼ਿਸਟਿਵਿਟੀ ਚੇਂਜ ਹੋਵੇ। ਦੂਸਰਾ ਇੰਪੋਰਟੈਂਟ ਪੁਆਇੰਟ, ਜਿਹੜੀਆਂ ਇਹ ਵਾਇਰਸ ਹੁੰਦੇ ਨੇ, ਮਤਲਬ ਇਹ ਜਿਹੜੇ ਮਟੀਰੀਅਲਸ ਹੁੰਦੇ ਨੇ, ਇਹਨਾਂ ਦਾ ਯੂਨੀਫਾਰਮ ਏਰੀਆ ਆਫ ਕ੍ਰਾਸ ਸੈਕਸ਼ਨ ਹੁੰਦਾ ਹੈ। ਮਤਲਬ ਇਹ ਨਹੀਂ ਵੀ ਕਿਤੋਂ ਵਾਇਰਸ ਥਿਨ ਹੋਣਗੀਆਂ, ਕਿਤੋਂ ਥਿਕ ਹੋਣਗੀਆਂ, ਕਿਤੇ ਥਿਨ ਹੋਣਗੀਆਂ, ਕਿਤੇ ਥਿਕ। ਤਾਂ ਇਹਨਾਂ ਦਾ ਯੂਨੀਫਾਰਮ ਏਰੀਆ ਆਫ ਕ੍ਰਾਸ ਸੈਕਸ਼ਨ ਹੋਣ ਕਰਕੇ ਇਹਨਾਂ ਦਾ ਜਿਹੜਾ ਰੈਜ਼ਿਸਟੈਂਸ ਹੈ ਉਹ ਵੀ ਕੀ ਹੈ? ਸੇਮ ਹੁੰਦਾ ਹੈ। ਠੀਕ ਹੈ ਜੀ। ਟੈਂਪਰੇਚਰ ਤੋਂ ਇੰਡੀਪੈਂਡੈਂਟ ਨੇ। ਏਰੀਆ ਜਿਹੜਾ ਯੂਨੀਫਾਰਮ ਕੀ ਹੁੰਦਾ ਇਹਨਾਂ ਦਾ? ਏਰੀਆ ਆਫ ਕ੍ਰਾਸ ਸੈਕਸ਼ਨ ਹੁੰਦਾ ਹੈ। ਤੇ ਥਰਡ ਜਿਹੜਾ ਪੁਆਇੰਟ ਹੈ, ਇਹ ਮਟੀਰੀਅਲਸ ਇਹੋ ਜਿਹੇ ਮਟੀਰੀਅਲਸ ਨੇ ਜਿਨ੍ਹਾਂ ਦੀ ਰੈਜ਼ਿਸਟਿਵਿਟੀ ਬਹੁਤ ਹਾਈ ਹੁੰਦੀ ਹੈ। ਸਾਨੂੰ ਉਹੀ ਚਾਹੀਦਾ ਨਾ, ਰੈਜ਼ਿਸਟਿਵਿਟੀ ਸਾਨੂੰ ਹਾਈ ਚਾਹੀਦੀ ਹੈ, ਤਾਂ ਹੀ ਉਹਦਾ ਰੈਜ਼ਿਸਟੈਂਸ ਕੀ ਹੋਏਗਾ? ਜ਼ਿਆਦਾ ਹੋਏਗਾ। ਤਾਂ ਇਹੀ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛੇ ਜਾਂਦੇ ਆ। ਤੁਹਾਨੂੰ ਕੁਐਸਚਨ ਇਹ ਵੀ ਬਣ ਕੇ ਆ ਸਕਦਾ ਕਿ ਵਾਈ ਵੀ ਯੂਜ਼ constantan, manganese and eureka for making standard resistance। ਜਾਂ ਪੁੱਛ ਸਕਦੇ which type of materials we use। ਤਾਂ materials ਦਾ ਨਾਮ ਕੀ ਹੈਗਾ? ਇਹ ਸਪੈਲਿੰਗ ਥੋੜੇ ਜਿਹੇ ਮੇਰੇ ਘੱਟ ਹੀ ਯਾਦ ਰਹਿੰਦੇ ਨੇ। constantan, constantan, मैग्नेनिन, यूरेका। ਜਦੋਂ ਸਕੂਲ ਦੇ ਵਿੱਚ ਆਈ ਹੋਪ ਕਿ ਆਪਾਂ ਸਕੂਲ 'ਚ ਜਾਵਾਂਗੇ ਤਾਂ ਸਕੂਲ 'ਚ ਜਿਹੜੇ ਪ੍ਰੈਕਟੀਕਲ ਤੁਸੀਂ ਕਰੋਗੇ ਉਹਨਾਂ 'ਚ ਪੋਟੈਂਸ਼ੀਓਮੀਟਰ ਹੋਏਗਾ, ਜਿਹੜਾ ਆਪਣੇ ਸਿਲੇਬਸ ਦੇ ਵਿੱਚ ਮਤਲਬ ਥਿਊਰੀ ਦੇ ਵਿੱਚ ਵੀ ਹੈਗਾ। ਪੋਟੈਂਸ਼ੀਓਮੀਟਰ ਪੜਾਂਗੇ ਜਾਂ ਵੀਟਸਟੋਨ ਬ੍ਰਿਜ ਪੜਾਂਗੇ। ਠੀਕ ਹੈ। ਇਹਨਾਂ ਵਿੱਚ ਵੀ ਰੈਜ਼ਿਸਟੈਂਸ ਦੀਆਂ ਵਾਇਰਸ ਹੁੰਦੀਆਂ ਨੇ, ਉਹ ਇਸੇ ਮਟੀਰੀਅਲ ਦੀਆਂ ਬਣੀਆਂ ਹੁੰਦੀਆਂ ਨੇ। ਜਾਂ ਕੋਈ ਵੀ ਰੈਜ਼ਿਸਟੈਂਸ ਜਿਹੜੀ ਵਾਇਰ ਹੈ ਉਹ ਇਹਨਾਂ ਮਟੀਰੀਅਲਸ ਦੀ ਹੁੰਦੀ ਹੈ। ਹੁਣ ਇਹ ਤਾਂ ਆ ਗਿਆ ਮਟੀਰੀਅਲ। ਹੁਣ ਇਹਦਾ ਰੀਜ਼ਨ ਪੁੱਛਣੇ ਵਾਈ, ਤਾਂ ਕੀ ਲਿਖਾਂਗੇ? ਬਿਕੋਜ਼ ਦੇ ਹੈਵ ਹਾਈ ਵੈਲਿਊ ਆਫ resistivity। Second, the value of temperature coefficient of चाहे resistance की गल करिए चाहे resistivity की, is very small, is very small। जो टेम्परेचर कोएफिशिएंट की वैल्यू का स्मॉल होना का मतलब की है?
that means they are independent on temperature. Third लिख सकते हो, they have uniform area of cross section. They have uniform area of cross section. जी इस वायर के किसी पॉइंट का रेजिस्टेंस चेक कर लो, सेम मिलेगा। लो बाय क्वेश्चन 2 मार्क्स ਵਿੱਚ भी आ सकता है, 1 मार्क्स भी आ सकता है, बट ऑन द बहुत वाली है जी काफी इंपॉर्टेंट। ठीक है, ਤਾਂ ਅੱਜ ਦੇ ਲਈ ਇੰਨਾ ਹੀ ਆਪਾਂ ਕੰਮ ਕਰਾਂਗੇ। ਇਸ ਤੋਂ ਬਾਅਦ ਅਸੀਂ ਨੈਕਸਟ ਲੈਕਚਰ ਦੇ ਵਿੱਚ मतलब ਅੱਜ ਦਿਨ ਹੈਗਾ ਬੁੱਧਵਾਰ, ਤਾਂ ਕੱਲ ਨੂੰ ਅਸੀਂ ਕੀ ਹੈ ਰੈਜ਼ਿਸਟੈਂਸ ਦੇ ਕੰਬੀਨੇਸ਼ਨਸ ਪੜਾਂਗੇ। परसों अपना ਜਿਹੜਾ ਫੀਲਡ ਕੰਪੀਟੀਸ਼ਨ ਹੈ ਉਹ ਹੋਏਗਾ, ਤਾਂ ਨੇਮ ਸਾਰੇ ਕੋਲ ਮੇਰੇ ਕੋਲ ਪਹੁੰਚ ਚੁੱਕੇ ਨੇ। ਠੀਕ ਹੈ, ਇੱਕ ਦੋ ਸਟੂਡੈਂਟਸ ਨੇ ਜਿਹੜੇ ਥੋੜੇ ਜਿਹਾ ਐਡਜਸਟ ਕਰਨ ਵਾਲੇ ਨੇ, मतलब मैं देखता हूं मैं एक पूरी टीम बनाना ਦਾ मतलब ਕਿਦਾਂ ਕਿਉਂਕਿ ਕਿਸੇ ग्रुप ਚ 4 स्टूडेंट्स ने, ਕਿਸੇ 3 ने, तो मैं एडजस्ट करता है। मैं फाइनल लिस्ट में भेज दूंगा, आपकी तैयारी रखो। 8th 9th 10th ਦੀ बेसिक साइंस, ठीक है जी, +1 +2 ਦੀ ਕੀ ਹੈ मतलब फिजिक्स, ਤੇ ਉਹਦੇ ਵਿੱਚ ਕੀ ਹੈ ਜੋ ਵੀ ਪ੍ਰਾਈਜ਼ ਹੈ ਪ੍ਰਾਈਜ਼ ਵੀ ਤੁਹਾਨੂੰ ਮੈਂ ਮੈਂਸ਼ਨ ਕਰੂੰਗਾ ਕਿ ਉਹਦੇ ਰੂਲਸ ਹੋਣਗੇ। ਠੀਕ ਹੈ, ਤੇ ਉਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਇਵਨਿੰਗ ਤੱਕ ਕਲੀਅਰ ਕਰ ਦੂੰਗਾ, ਤਾਂ ਕਿ मतलब परसों ਕੀ ਹੈ मतलब ਕੱਲ ਆਪਾਂ ਕਲਾਸ ਲਾ ਕੇ परसों ਕੀ ਆਪਾਂ ਇੱਕ ਕੁਇਜ਼ ਕੰਪੀਟੀਸ਼ਨ ਕਰਾ ਸਕਦੇ। ਉਸ ਤੋਂ ਬਾਅਦ ਦੀ ਵੀ ਸੁਣੋ ਥੋੜੀ ਗੱਲ, ਸੈਟਰਡੇ ਨੂੰ ਤੁਹਾਨੂੰ ਛੁੱਟੀ ਰਹੇਗੀ। ਠੀਕ ਹੈ ਜੀ, ਸੰਡੇ ਤੁਹਾਡਾ ਟੈਸਟ ਹੋਏਗਾ। संडे ਤੁਹਾਡਾ ਟੈਸਟ ਹੋਏਗਾ ਇਸ ਚੈਪਟਰ ਦਾ ਜਿੰਨਾ ਆਪਾਂ ਪੜ੍ਹ ਚੁੱਕੇ ਹਾਂ। ठीक है जी, संडे का प्लीज जे संडे को कोई प्रॉब्लम है तो मैं दस दो फिर को मंडे रख लांगे। मैं पहला दस दो बार मेरे टेस्ट ਵਧੀਆ ਚਾਹੀਦਾ क्योंकि बहुत सौखा चैप्टर है, ਮੈਨੂੰ ਲੱਗਦਾ ਵੀ ਇੱਥੇ ਕਿਸੇ ਬੱਚੇ ਦਾ ਨੰਬਰ ਕੱਟਣੇ ਚਾਹੀਦੇ। ਇਹ ਤੁਸੀਂ ਸੋ ਮੰਡੇ ਰੱਖ ਲਓ, ਸੋ ਮੰਡੇ ਰੱਖ ਲਓ। ਕਿੰਨੇ ਸਟੂਡੈਂਟਸ ਕਹ ਰਹੇ ਆ ਜਿਹੜੇ ਮੰਡੇ? ਰੇਜ਼ ਯੂਰ ਹੈਂਡ। सर मंडे भी ठीक 2 है। 3 4 चलो ठीक है डन। ਤਾਂ ਮੰਡੇ ਤੁਹਾਡਾ ਟੈਸਟ ਹੋਏਗਾ। ਠੀਕ ਹੈ, ਅੱਛੇ ਤਰੀਕੇ ਦੇ ਨਾਲ ਪ੍ਰਪੇਅਰ ਕਰੋ। ਠੀਕ ਹੈ, ਮੈਨੂੰ ਵਧੀਆ ਟੈਸਟ ਚਾਹੀਦਾਗਾ। ਤੇ ਜਿਹੜੇ ਫਸਟ ਚੈਪਟਰ ਦੇ ਉੱਪਰ ਟੈਸਟ ਹੋਏ, ਸੈਕੰਡ ਚੈਪਟਰ ਦੇ ਉੱਪਰ ਟੈਸਟ ਅਜੇ ਨਹੀਂ ਹੋਏ ਸੀ, ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ। ਤੇ ਬਸ ਠੀਕ ਹੈ ਜੀ, ਥੈਂਕ ਯੂ, ਟੇਕ ਕੇਅਰ। सर एक्सक्यूज मी सर, ਜੀ तो ਜਿਹੜਾ ਕੁਐਸਚਨ ਹੈ ਇਹਦਾ ਮਤਲਬ ਪੂਰਾ ਥੋੜਾ ਲਾਊਡਲੀ clear ਬੋਲੋ ਜੀ। question, ਸਰ ਜਿਹੜਾ ਇਹ ਕੁਐਸਚਨ ਤੁਸੀਂ ਬੋਲਿਆ ਸੀ ਇਹਦਾ ਪੂਰਾ ਕਲੀਅਰ ਕੁਐਸਚਨ ਲਿਖ ਦਿਓ ਪਲੀਜ਼। ਕਿਹੜਾ ਕੁਐਸਚਨ? ਜਿਹੜਾ ਸਰ ਬਲੈਕ ਬੋਰਡ ਤੇ ਲਿਖਿਆ ਹੋਇਆ ਹੈ ਇਹਦਾ ਕੁਐਸਚਨ ਲਿਖ ਦਿਓ ਪੂਰਾ ਕਲੀਅਰ। ਆਵਾਜ਼ ਕਲੀਅਰ ਨਹੀਂ ਆ ਰਹੀ, ਦੁਬਾਰਾ ਬੋਲੋ। ਹਾਂਜੀ ਸਰ, ਜਿਹੜਾ ਮਤਲਬ ਆਨਸਰ ਲਿਖਿਆ ਹੋਇਆ ਬਲੈਕ ਬੋਰਡ ਤੇ ਉਹਦਾ ਕੁਐਸਚਨ ਲਿਖ ਦਿਓ ਪੂਰਾ ਕਲੀਅਰ। ओके ओके मतलब ओके, क्वेश्चन किया। अच्छा अच्छा। Which materials are used to make standard resistance wires and wire? ठीक है जी, थैंक यू, टेक केयर।